ਸਰਨਾ ਸਾਹਿਬ ਆਖਿਰਕਾਰ ਇੱਕ ਡੀਜੀਪੀ ਸੁਮੇਧ ਸੈਣੀ ਉਸ ਵੇਲੇ ਮੌਕੇ ਤੇ ਜਦੋਂ ਐਸਐਸਪੀ ਚੰਡੀਗੜ੍ਹ ਹੁੰਦਾ ਸੀ ਜਾਂ ਹੋਰ ਥਾਵਾਂ ਤੇ ਐਸਐਸਪੀ ਰਿਹਾ ਤੇ ਕਿਹਦੀ ਸ਼ਹਿ ਸੀ? ਬਾਦਲਾਂ ਨਾਲ ਸੰਬੰਧ ਤਦ ਜ਼ਿਆਦਾ ਨੇੜੇ ਬਣੇ ਜਦ 1992 ਦੇ ਵਿੱਚ ਬਠਿੰਡੇ ਦੇ ਵਿੱਚ ਐਸਐਸਪੀ ਲੱਗ ਗਏ। ਕਿੰਨਾ ਲੋਕਾਂ ਦੀ ਸ਼ਹਿ ਸੀ ਕਿ ਬਾਦਲਾਂ ਨੂੰ ਅਪ ਕੀਤਾ ਕਿ ਮਾਨ ਧੜੇ ਨੂੰ ਡਾਊਨ ਲਿਆਏ। ਸੈਂਟਰ ਦੀ ਇੱਕ ਪਾਲਿਸੀ ਹੈਗੀ, ਪਾਲਿਸੀ ਬਣਾਉਣ ਵਾਲੇ ਇੱਕ ਅਫਸਰ ਹੈਗੇ, ਉਹਦੇ ਵਿੱਚ ਕਾਂਗਰਸ ਦਾ ਰਾਜ ਆਵੇ, ਵੀਪੀ ਸਿੰਘ ਦਾ ਆਵੇ, ਹਾਂਜੀ ਹੁਣ ਬੀਜੇਪੀ ਦਾ ਰਾਜ ਹੈ, ਇਹਦੇ ਵਿੱਚ ਥੋੜੀ ਬਹੁਤੀ ਗੱਲ ਦੀ ਆਲਟਰੇਸ਼ਨ ਹੁੰਦੀ ਹੈ, ਜ਼ਿਆਦਾ ਨਹੀਂ ਹੁੰਦੀ। ਉਹਨਾਂ ਦੀ ਪਾਲਿਸੀ ਮੁਤਾਬਕ ਉਹ ਚੱਲਦਾ ਹੈ। ਉਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਤੇ ਬਾਦਲ ਚਾਹੀਦਾ। ਤੁਸੀਂ ਇਹ ਕਿੰਨੇ ਯਕੀਨ ਨਾਲ ਕਹਿ ਸਕਦੇ ਹੋ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਨਾ ਕੋਈ ਸਿਆਸੀ ਖੇਡ ਤਾਂ ਨਹੀਂ? ਕੈਪਟਨ ਸਾਹਿਬ ਸਿਟੀ ਸਕੈਮ ਦੇ ਮਾਮਲੇ ਦੇ ਵਿੱਚ ਜਿਹੜਾ ਸੈਣੀ ਦੇ ਨਾਲ ਉਲਝੇ ਹੋਏ ਨੇ। ਜੇ ਇਹ ਕੇਸ ਵਿੱਚ ਜਾਣ ਨਾ ਹੁੰਦੀ ਸੈਣੀ ਤੱਕ ਕਿਉਂ ਹਿਮਾਚਲ ਦੌੜਦੇ? ਜੇ ਕੈਪਟਨ ਅਮਰਿੰਦਰ ਸਿੰਘ ਬਦਲਾ ਨੂੰ ਨੀਤੀ ਨਾਲ ਕੰਮ ਕਰਦਾ ਫਿਰ ਤੇ ਉਹਨੂੰ 3.25 ਸਾਲ ਬਾਅਦ ਕਿਉਂ ਕਰਦਾ? ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ ਇਸ ਵੇਲੇ ਖਬਰਾਂ ਪੂਰੀਆਂ ਚਰਚਾ ਦੇ ਵਿੱਚ ਚੱਲ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸੁਮੇਧ ਸੈਣੀ ਤੇ ਪਰਚਾ ਹੋਇਆ। 29 ਸਾਲ ਲੱਗੇ ਪਰਚਾ ਹੋਣ ਨੂੰ। ਇਸ ਸਾਰੇ ਮਾਮਲੇ ਉੱਤੇ ਅਸੀਂ ਤਹਿ ਤੱਕ ਜਾ ਕੇ ਗੱਲਬਾਤ ਕਰਾਂਗੇ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਸ਼ਹਿ ਕਿਸ ਦੀ ਸੀ, ਕਿਸ ਦੇ ਇਸ਼ਾਰੇ ਤੇ ਇੱਕ ਐਸਐਸਪੀ ਜਿਹੜਾ ਉਹ ਪੰਜਾਬ ਦੇ ਵਿੱਚ ਡੀਜੀਪੀ ਬਣਿਆ ਫਿਰਦਾ ਸੀ, ਜਦੋਂ ਕਦੇ ਕਿਸੇ ਪਾਰਟੀ ਵਿੱਚ ਜਾ ਕੇ ਕਿਸੇ ਦੀ ਕੁੱਟਮਾਰ ਕਰ ਦਿੱਤੀ। ਸਾਰੀਆਂ ਗੱਲਾਂ ਦਾ ਖੁਲਾਸਾ ਜਿਹੜਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਜੁੜੇ ਹੋਏ ਨੇ, ਉਹਨਾਂ ਤੋਂ ਜਾਣਾਂਗੇ। ਸਰਨਾ ਸਾਹਿਬ, ਤੁਹਾਡਾ ਸਵਾਗਤ ਹੈ D5 ਚੈਨਲ ਪੰਜਾਬੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਨਾ ਸਾਹਿਬ, ਸਵਾਲ ਤੁਸੀਂ ਸੁਣ ਲਿਆ, ਇਹਦਾ ਜਵਾਬ ਦਿਓ ਕਿ ਆਖਿਰਕਾਰ ਇੱਕ ਡੀਜੀਪੀ ਸੁਮੇਧ ਸੈਣੀ ਉਸ ਵੇਲੇ ਮੌਕੇ ਤੇ ਜਦੋਂ ਐਸਐਸਪੀ ਚੰਡੀਗੜ੍ਹ ਹੁੰਦਾ ਸੀ ਜਾਂ ਹੋਰ ਥਾਵਾਂ ਤੇ ਐਸਐਸਪੀ ਰਿਹਾ ਤੇ ਕਿਹਦੀ ਸ਼ਹਿ ਸੀ ਕਿ ਉਹ ਪੰਜਾਬ ਦੇ ਵਿੱਚ ਇੱਕ ਮਤਲਬ ਕਿ ਜਿਵੇਂ ਕਹਿ ਲਓ ਕਿ ਪੁਲਿਸ ਦਾ ਉਹ ਚਿਹਰਾ ਬਣਿਆ ਜਿਸ ਨੂੰ ਕਿਹਾ ਜਾਂਦਾ ਹੈ ਕਿ ਪੁਲਿਸ ਦੇ ਕਾਲੇ ਕਾਰਨਾਮੇ ਜਿਹੜੇ ਨੇ ਉਹਦੇ ਹਿੱਸੇ ਆਏ। ਦੇਖੋ ਗੱਲ ਹੈਗੀ ਜੀ ਕਿ ਸੁਮੇਧ ਸੈਣੀ ਦੇ ਸੰਬੰਧ ਪਰ ਬਾਦਲਾਂ ਨਾਲ ਸੰਬੰਧ ਤਦ ਜ਼ਿਆਦਾ ਨੇੜੇ ਬਣੇ ਜਦ 1992 ਦੇ ਵਿੱਚ ਬਠਿੰਡੇ ਦੇ ਵਿੱਚ ਐਸਐਸਪੀ ਲੱਗ ਗਏ। ਉਹਨਾਂ ਦਿਨਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸੀ ਉਹਨਾਂ ਦੀ ਗੱਲਬਾਤ ਸਾਰੇ ਜਗ੍ਹਾ 'ਚ ਸਾਰੇ ਪੰਜਾਬ 'ਚ ਪਹੁੰਚ ਜਾਂਦਾ ਸੀ। ਪਰ ਕੁਝ ਸਰਕਾਰ ਸੈਂਟਰ ਦੇ ਵਿੱਚ ਕੁਝ ਬੰਦੇ ਅਜੇ ਸਨ, ਭਾਵੇਂ ਉਸ ਵਕਤ ਕਾਂਗਰਸ ਦੀ ਸਰਕਾਰ ਸੀ ਸੈਂਟਰ ਦੇ ਵਿੱਚ, ਜਿਹੜੇ ਨਹੀਂ ਸੀ ਚਾਹੁੰਦੇ ਕਿ ਜਿਹੜੇ ਐਕਸਟ੍ਰੀਮਿਸਟ ਵਿਚਾਰ ਰੱਖਣ ਵਾਲੇ ਬੰਦੇ ਹਨ ਉਹ ਪੰਜਾਬ ਦੀ ਪਾਵਰ 'ਚ ਆਉਣ। ਤੇ ਉਹਨਾਂ ਦਾ ਵਿਚਾਰ ਸੀ ਕਿ ਅਸੀਂ ਬਾਦਲ ਨੂੰ ਪ੍ਰੌਪ ਅਪ ਕਰੀਏ, ਇਸ ਨੂੰ ਤਕੜਾ ਕਰੀਏ, ਕਿਉਂਕਿ ਬਾਦਲ ਦੀ ਸਾਖ ਸਿੱਖ ਕੌਮ 'ਚ ਗਿਰ ਗਈ ਸੀ ਆਪਰੇਸ਼ਨ ਬਲੂ ਸਟਾਰ ਦੇ ਬਾਅਦ। ਇਹਨਾਂ ਨੇ ਲੋਕਾਂ ਨੂੰ ਭੜਕਾ ਕੇ ਬਗਾਵਤਾਂ ਵੀ ਕਰਾਤੀਆਂ ਆਰਮੀ ਦੇ ਵਿੱਚ, ਪਰ ਉਸ ਤੋਂ ਬਾਅਦ ਆਪ ਜਾ ਕੇ ਜੇਲ੍ਹ 'ਚ ਬਹਿ ਗਏ ਔਰ ਵੱਡੇ ਫਾਰਮ ਹਾਊਸ ਨੂੰ ਜੇਲ੍ਹ ਬਣਾਤਾ ਉਹਨਾਂ ਨੇ, ਤੇ ਉੱਥੇ ਕਰਨ ਲੱਗ ਪਏ। ਉਸ ਪਾਲਿਸੀ ਦੇ ਅਧੀਨ ਸਭ ਤੋਂ ਪਹਿਲੀ ਜਿਹੜੀ ਸੁਮੇਧ ਸੈਣੀ ਨੇ ਜਿਹੜੀ ਉੱਥੋਂ ਦੀ ਇਲੈਕਸ਼ਨ ਸੀ ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਬਹੁਤ ਡੰਪਿੰਗ ਮੈਜੋਰਟੀ ਹੋਣ ਦੇ ਬਾਵਜੂਦ ਬਾਦਲਾਂ ਨੂੰ ਉਹ ਕਬਜ਼ਾ ਦਵਾਤਾ। ਸਰਨਾ ਸਾਹਿਬ, ਇੱਥੇ ਮੈਂ ਰੋਕਾਂਗਾ ਤੁਹਾਨੂੰ। ਮੈਨੂੰ ਦੱਸੋਗੇ ਕਿ ਕਿੰਨਾ ਲੋਕਾਂ ਦੀ ਸ਼ਹਿ ਸੀ ਕਿ ਬਾਦਲਾਂ ਨੂੰ ਅਪ ਕੀਤਾ ਕਿ ਮਾਨ ਧੜੇ ਨੂੰ ਡਾਊਨ ਲਿਆਏ? ਦੇਖੋ ਇੱਕ ਮੇਰੀ ਗੱਲ ਸੁਣੋ, ਸੈਂਟਰ ਦੀ ਇੱਕ ਪਾਲਿਸੀ ਹੈਗੀ, ਪਾਲਿਸੀ ਬਣਾਉਣ ਵਾਲੇ ਇੱਕ ਅਫਸਰ ਹੈਗੇ, ਉਹਦੇ ਵਿੱਚ ਕਾਂਗਰਸ ਦਾ ਰਾਜ ਆਵੇ, ਵੀਪੀ ਸਿੰਘ ਦਾ ਆਵੇ, ਹਾਂਜੀ ਹੁਣ ਬੀਜੇਪੀ ਦਾ ਰਾਜ ਹੈ, ਇਹਦੇ ਵਿੱਚ ਥੋੜੀ ਬਹੁਤੀ ਗੱਲ ਦੀ ਆਲਟਰੇਸ਼ਨ ਹੁੰਦੀ ਹੈ, ਜ਼ਿਆਦਾ ਨਹੀਂ ਹੁੰਦੀ। ਉਹਨਾਂ ਦੀ ਪਾਲਿਸੀ ਮੁਤਾਬਕ ਉਹ ਚੱਲਦਾ ਹੈ। ਉਹਨਾਂ ਨੇ ਕਿਹਾ ਵੀ ਨਹੀਂ ਸਾਨੂੰ ਤੇ ਬਾਦਲ ਚਾਹੀਦਾ, ਅਸੀਂ ਤੇ ਬਾਦਲ ਨਾਲ ਕਰਦੇ ਹਾਂ। ਕਿਉਂਕਿ ਉਹਨਾਂ ਵੇਲਿਆਂ 'ਚ ਕਾਂਗਰਸ ਜਿਹੜੀ ਹੈ ਲੋਕਾਂ ਨੇ ਮੂੰਹ ਫੇਰ ਲਿਆ ਸੀ ਨਾ, ਕਾਂਗਰਸ ਨੇ ਮੂੰਹ ਫੇਰ ਲਿਆ ਸੀ। ਤਾਂ ਕਿਤੇ ਕਾਂਗਰਸ ਦੀ ਪਾਲਿਸੀ ਤਾਂ ਨਹੀਂ ਸੀ ਕਿ ਬਾਦਲ ਨੂੰ ਉੱਪਰ ਲਿਆਂਦਾ ਜਾਵੇ? ਉਹਨਾਂ ਨੇ ਕੀ ਕੀਤਾ ਕਿ ਕਾਂਗਰਸ ਨੂੰ ਪਤਾ ਸੀ ਵੀ ਕਾਂਗਰਸ ਤੇ ਜਿੱਤ ਨਹੀਂ ਸਕਦੀ, ਉਹਨਾਂ ਨੇ ਜਿਹੜੇ ਐਕਸਟ੍ਰੀਮਿਸਟ ਸਨ ਹਾਂਜੀ ਉਹਨਾਂ ਕੋਲ ਬਾਈਕਾਟ ਕਰਵਾਤਾ। ਬਾਈਕਾਟ ਕਰਾ ਕੇ ਕਾਂਗਰਸ 12-15% ਵੋਟਾਂ ਲੈ ਕੇ ਜਿੱਤ ਗਈ, ਬੇਅੰਤ ਸਿੰਘ ਦਾ ਰਾਜ ਆ ਗਿਆ। ਤੇ ਗੱਲ ਇਹ ਸੀ ਕਿ ਉਦੋਂ ਦਾ ਸੁਮੇਧ ਸੈਣੀ ਦਾ ਤੇ ਬਾਦਲ ਦਾ ਲਿੰਕ ਬਣਿਆ ਆਪਸ ਵਿੱਚ।
ਔਰ ਜਿਹੜਾ ਕਿ ਸਨ 97 ਜਾ ਕੇ ਹੋਰ ਪੱਕਾ ਹੋਇਆ। ਉਹ ਪੱਕਾ ਇਸ ਤਰ੍ਹਾਂ ਹੋਇਆ ਕਿ ਕਾਂਗਰਸ ਦੇ ਰਾਜ ਦੇ ਵਿੱਚ ਜਾਸਤੀਆਂ ਹੋਈਆਂ, ਸਭ ਕੁਝ ਹੋਇਆ, ਨੌਜਵਾਨਾਂ ਦੀ ਕਤਲੋ ਗਾਰਤ ਜ਼ਿਆਦਾ ਹੋਈ, ਰਾਜ ਵੀ ਚੰਗਾ ਨਾ ਮਿਲਿਆ, ਸਰ ਬੇਅੰਤ ਸਿੰਘ ਜਿਹੜੇ ਸਨ ਉਹ ਚਲੇ ਗਏ। ਤੇ ਉਸ ਤੋਂ ਬਾਅਦ ਨਾ ਸਰਦਾਰ ਚਰਨ ਸਿੰਘ ਸਾਂਭ ਸਕਿਆ ਤੇ ਨਾ ਬੀਬੀ ਭੱਠਲ ਸਾਂਭ ਸਕੀ ਸਰਕਾਰ। ਤੇ ਉਸ ਵਕਤ ਇਹਨਾਂ ਦੀਆਂ ਮੀਟਿੰਗ ਫੈਸਲਾ ਹੋਇਆ। ਬਾਦਲ ਸਾਹਿਬ ਆਮ ਲੈਕਚਰ ਦਿੰਦੇ ਸਨ ਕਿ ਮੈਂ ਇੱਕ ਪੀਪਲਸ ਕਮਿਸ਼ਨ ਬਣਾਵਾਂਗਾ, ਉਹਦੇ ਵਿੱਚ ਜਿਹੜੇ ਵੀ ਬਦੋਸ਼ੇ ਸਿੱਖ ਮਾਰੇ ਗਏ ਉਹਨਾਂ ਨੂੰ ਸਾਹਮਣੇ ਲਿਆਵਾਂਗੇ ਔਰ ਦੋਸ਼ੀ ਪੁਲਿਸ ਅਫਸਰਾਂ ਨੂੰ ਅਸੀਂ ਚੁਰਾਹੇ ਤੇ ਖੜਾ ਕਰਕੇ ਸਜ਼ਾਵਾਂ ਦੇਵਾਂਗੇ। 97 ਦੇ ਵਿੱਚ ਬਾਦਲ ਸਾਹਿਬ ਦੇ ਪੁਲਿਸ ਅਫਸਰਾਂ ਨਾਲ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਵੀ ਅਸੀਂ ਤੁਹਾਨੂੰ ਤਾਂ ਜਿਤਾਉਂਦੇ ਹਾਂ ਜੇ ਤੁਸੀਂ ਇਹ ਪੀਪਲ ਕਮਿਸ਼ਨ ਨਹੀਂ ਬਣਾਵੋਗੇ। ਤੇ ਬਾਦਲ ਸਾਹਿਬ ਨੇ ਕਿਹਾ ਜੀ ਇਹ ਤੇ ਗੱਲਾਂ ਕਹਿਣ ਦੀਆਂ ਹੁੰਦੀਆਂ, ਰਾਜ ਲੈਣ ਦੀਆਂ ਗੱਲਾਂ, ਤੁਸੀਂ ਉਹਨੂੰ ਛੱਡ ਦਿਓ, ਮੈਂ ਬਿਲਕੁਲ ਨਹੀਂ ਬਣਾਵਾਂਗਾ। ਬਾਦਲ ਸਾਹਿਬ ਨੇ ਪੀਪਲਸ ਕਮਿਸ਼ਨ ਨਹੀਂ ਬਣਾਇਆ। ਉੱਥੋਂ ਸੈਣੀ ਸਾਹਿਬ ਬਾਦਲ ਸਾਹਿਬ ਦੇ ਹੋਰ ਨੇੜੇ ਹੋ ਗਏ। ਵਿੱਚ ਮੈਨੂੰ ਤਾਂ ਨਹੀਂ ਪਤਾ, ਸੁਣਿਆ ਥੋੜੇ ਬਹੁਤੇ ਨੇੜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਹੋਏ ਸਨ, ਮਹਾਰਾਜਾ ਅਮਰਿੰਦਰ ਸਿੰਘ ਨਾਲ ਵੀ ਹੋਏ ਸਨ, ਪਰ ਇਹਨਾਂ ਦਾ ਨੇੜਪਨ ਜਗ ਜ਼ਾਹਰ ਹੋ ਗਿਆ ਸੀ, ਜਿਸ ਦੇ ਕਾਰਨ ਪੰਜਾਬ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ, ਕਿਉਂਕਿ ਇਹ ਦਬੰਗ ਅਫਸਰ ਵੀ ਬੜਾ ਤੇ ਸਿਆਣਾ ਵੀ ਹੈ। ਜਿਸ ਮੈਨੂੰ ਯਾਦ ਹੈਗਾ ਪੰਜਾਬ ਦਾ ਮਿਨਿਸਟਰ ਸੀ ਤੇ ਉਸ ਕਹਿਣ ਲੱਗਾ ਬੜਾ ਤੰਗ ਕਰਦਾ ਪਿਆ। ਮੈਂ ਕਹਿੰਦਾ ਗੱਲ ਕਰਨਾ ਤੁਹਾਨੂੰ ਕੀ ਮਿਨਿਸਟਰ ਰਹੇ ਹੋ? ਕਹਿੰਦਾ ਜੀ ਕੌਣ ਕੁੱਤੇ ਨੂੰ ਮੂੰਹ ਲਾਏ, ਰਹਿਣ ਦਿਓ, ਮੈਂ ਗੁਜ਼ਾਰਾ ਕਰ ਲਾਂਗਾ ਬਈ। ਇਹ ਲਫ਼ਜ਼ ਸਾਨੂੰ ਦਾ, ਔਰ ਮਾੜਾ ਮੋਟਾ ਬੰਦਾ ਨਹੀਂ, ਬੜੀ ਅੱਛੀਆਂ ਪੋਸਟਾਂ ਤੇ ਰਹਿਣ ਵਾਲਾ, ਮੈਂ ਨਾਂ ਲੈਣ ਦੀ ਲੋੜ ਨਹੀਂ। ਮਤਲਬ ਉਹਨਾਂ ਦਾ ਡਰ ਸੀ ਸਮੇਤ ਸੈਣੀ ਨੂੰ, ਵੱਡੇ ਵੱਡੇ ਪੋਲੀਟੀਸ਼ੀਅਨਾਂ ਦਾ, ਪੋਲੀਟੀਸ਼ੀਅਨ ਡਰਦੇ ਸਨ ਸਮੇਤ ਸੈਣੀ ਤੋਂ। ਇਹਦੇ ਕੋਈ ਹੱਥਕਤਰੀ ਨਹੀਂ ਹੈ। ਕਈ ਪੁਲਿਸ ਅਫਸਰ ਵੀ ਪਤਾ ਹੀ ਜਾਸਤੀ ਕਰਦਾ ਸੀ, ਫਿਰ ਉਹ ਡਰ ਜਾਂਦੇ ਸਨ ਕੋਈ ਹੋਰ ਨਾ ਮਗਰ ਲੱਗੇ। ਉਂਝੇ 2 4 10 ਅਫਸਰ ਸਨ ਜਿਨ੍ਹਾਂ ਨੇ ਦਬੰਗ ਹੋ ਕੇ ਆਪਣਾ ਕੰਮ ਕੀਤਾ ਹੈ, ਇਹਦੇ ਨਾਲ ਠਹਿ ਕਰਨ। ਹੁਣ ਜਿਹੜੀ ਗੱਲ ਹੈਗੀ, ਇੱਕ ਤਾਂ ਇਸਨੇ 2007 ਵਿੱਚ ਹੀ ਜਿਹੜਾ ਡੇਰਾ ਰਾਮ ਰਹੀਮ ਨੇ ਗੁਰੂ ਦਸਮ ਪਾਤਸ਼ਾਹ ਦੀ ਪੁਸ਼ਾਕ ਪਾਈ ਸੀ, ਉਹ ਇਸੇ ਦੀ ਪਲੈਨਿੰਗ ਸੀ। ਉਹ ਜਿਹੜੀ ਕਿ ਬਾਦਲਾਂ ਨੇ ਪਵਾ ਕੇ ਕਰਾ ਕੇ ਇਹ ਸਾਰੀ ਆਈ, ਔਰ ਅਖਬਾਰਾਂ 'ਚ ਬੜੀਆਂ ਧੂਮ-ਧਾਮ ਨਾਲ ਇਸ਼ਤਿਹਾਰ ਨਿਕਲੇ ਤੇ ਇਸ਼ਤਿਹਾਰ ਕੱਢੇ ਗਏ। ਪੰਜਾਬੀ ਦੀਆਂ ਜਿਹੜੀਆਂ ਪੰਥਕ ਅਖਬਾਰਾਂ ਸੀ ਉਹਨਾਂ ਦੇ ਵੀ ਇਸ਼ਤਿਹਾਰ ਨਿਕਲੇ, ਔਰ ਫਿਰ ਉਸ ਨੂੰ ਦਬਾਉਣ ਵਿੱਚ ਸਮੇਤ ਸੈਣੀ ਦਾ ਵੀ ਹੱਥ ਸੀ ਇਹਦੇ ਵਿੱਚ ਪੂਰਾ। ਹੁਣ ਆ ਕੇ ਗੱਲ ਸਮੇਤ ਸੈਣੀ ਦੀ, ਜਿਹੜਾ ਅਸਲ ਗੱਲ ਸੀ ਮੁਲਤਾਨੀ ਦੀ। ਇਹ ਮੁਲਤਾਨ ਜਿਹੜਾ ਹੈਗਾ ਸੀ, ਇਹ ਪਰਿਵਾਰ ਜਿਹੜਾ ਸੀ, ਕਿਸੇ ਨੇ ਕਈਆਂ ਬੰਦਿਆਂ ਨੇ ਸਮੇਤ ਸੈਣੀ ਦੇ ਉੱਤੇ ਅਟੈਕ ਕਰਤਾ। ਬਿਲਕੁਲ ਤੁਸੀਂ ਇਹ ਕਿੰਨੇ ਯਕੀਨ ਨਾਲ ਕਹਿ ਸਕਦੇ ਹੋ? ਕਿਉਂਕਿ ਇਹ ਵੀ ਕਿਹਾ ਜਾ ਰਿਹਾ ਨਾ ਕੋਈ ਸਿਆਸੀ ਖੇਡ ਤਾਂ ਨਹੀਂ, ਕੈਪਟਨ ਸਾਹਿਬ ਸਿਟੀ ਸਕੈਮ ਦੇ ਮਾਮਲੇ ਦੇ ਵਿੱਚ ਜਿਹੜਾ ਸੈਣੀ ਦੇ ਨਾਲ ਉਲਝੇ ਹੋਏ ਨੇ। ਦੇਖੋ ਗੱਲ ਸੁਣੋ, ਨਾ ਤੇ ਮੈਂ ਪੁਲਿਸ ਅਫਸਰ ਹਾਂ, ਨਾ ਮੈਂ IAS ਅਫਸਰ ਹਾਂ, ਨਾ IPS ਅਫਸਰ ਹਾਂ, ਨਾ ਮੈਂ ਪੰਜਾਬ ਦਾ ਰਹਿਣ ਵਾਲਾ। ਮੈਂ ਦਿੱਲੀ ਦੇ ਵਿੱਚ ਪ੍ਰਧਾਨਗੀ ਦੇ ਸਮੇਂ ਮੈਨੂੰ ਦਵਿੰਦਰਪਾਲ ਸਿੰਘ ਭੁੱਲਰ ਦਾ ਜਿਹੜੀ ਫਾਂਸੀ ਸਜ਼ਾ ਸੀ ਉਹਦਾ ਕੇਸ ਲੜਨ ਦਾ ਮੈਨੂੰ ਮਿਲਿਆ। ਕੇਸ ਲੜਨ ਦੇ ਵਿੱਚ ਕਈ ਪੁਲਿਸ ਅਫਸਰਾਂ ਨੂੰ ਮਿਲਦਾ ਰਿਹਾ, ਕਈ ਵਕੀਲਾਂ ਨੂੰ ਮਿਲਦਾ ਰਿਹਾ, ਔਰ ਉਸ ਵਕਤ ਵੀ ਕੇਸ ਜਿਹੜਾ ਸੀ ਸੁਪਰੀਮ ਕੋਰਟ 'ਚ ਮੇਰੇ ਟੈਨਿਓਰ 'ਚ ਉੱਥੇ ਗਿਆ ਸੀ। ਉਹ ਮੈਂ ਸਾਰੀਆਂ ਗੱਲਾਂ ਜਿਹੜੀਆਂ ਸਨ ਉਹ ਮੈਨੂੰ ਪਤਾ ਸਨ, ਔਰ ਮੈਂ ਇਹ ਨਹੀਂ ਹੈ ਕਿ ਉਹ ਮੇਰੇ ਨਾਲ ਗੱਲਾਂ, ਮੈਂ ਉਹਨਾਂ ਦੀਆਂ ਗੱਲਾਂ ਬੈਠ ਕੇ ਸੁਣਦਾ ਰਹਿੰਦਾ ਸਾਂ ਵੀ ਐਜ਼ ਏ ਲੇਮੈਨ ਮੈਂ ਸੁਣੀ ਜਾਵਾਂ। ਤੋਂ ਮੈਂ ਆਪਣੇ ਦਿਮਾਗ ਬਿਠਾ ਲੀਆਂ ਸਾਰੀਆਂ। ਤੇ ਇਸ ਵਾਸਤੇ ਅਗਰ ਕਿਸੇ ਇੰਸਪੈਕਟਰ ਦੇ ਵੀ, ਜਿਹੜਾ ਇੰਸਪੈਕਟਰ ਇਮਾਨਦਾਰ ਔਰ ਦਿਆਨਤਦਾਰ ਔਰ ਸਿਆਣਾ ਹੋਵੇ, ਉਹ ਇਨਕੁਆਇਰੀ ਕਰ ਦੇਵੇ, ਤਾਂ ਸੈਣੀ ਸਾਹਿਬ ਜਿਹੜੇ ਹੈਗੇ ਨਹੀਂ ਬਚ ਸਕਦੇ, ਬਿਲਕੁਲ ਨਹੀਂ ਬਚ ਸਕਦੇ। ਜੇ ਇਹ ਕੇਸ ਵਿੱਚ ਜਾਨ ਨਾ ਹੁੰਦੀ, ਸੈਣੀ ਸਾਹਿਬ ਕਿਉਂ ਹਿਮਾਚਲ ਦੌੜਦੇ? ਜੇ ਕੇਸ ਵਿੱਚ ਜਾਨ ਨਾ ਹੁੰਦੀ, ਸੈਣੀ ਸਾਹਿਬ ਵਰਗਾ ਅਫਸਰ ਔਰ ਦਬੰਗ ਅਫਸਰ ਜਿਹਦੀ ਪੁਲਿਸ ਦੇ ਹਰ ਮਹਿਕਮੇ ਤੱਕ ਪਹੁੰਚੇ, ਸੈਂਟਰ ਤੱਕ ਪਹੁੰਚੇ, ਉਹ ਤਾਂ ਨਾ ਕੇ ਦਿੱਲੀ ਕਿਉਂ ਆਉਂਦਾ? ਹੁਣ ਗੱਲ ਹੈਗੀ ਕਿ ਇਸ ਵਾਸਤੇ ਆਣ ਕਿ ਕੇਸ ਉਹਨਾਂ ਨੂੰ ਪਤਾ ਵੀ ਕੇਸ ਮਜ਼ਬੂਤ ਹੈਗਾ, ਔਰ ਜੇ ਮੈਨੂੰ ਅਰੈਸਟ ਕਰ ਲਿਆ ਤੇ ਫਿਰ ਤੇ ਇਨਕੁਆਇਰੀ ਬੜੀ ਜ਼ਬਰਦਸਤ ਹੋ ਜਾਏਗੀ। ਇਸ ਕੇਸ ਦਾ ਉਹਨਾਂ ਨੂੰ ਜ਼ਮਾਨਤ ਲੈਣ ਨਾਲ ਫਰਕ ਇਤਨਾ ਪਿਆ ਵੀ ਜੇ ਇਹ ਕੈਦ ਹੋ ਜਾਂਦੇ, 5 ਦਿਨ 7 ਦਿਨ ਇੰਟਰੋਗੇਸ਼ਨ ਹੁੰਦੇ, ਫਿਰ ਜਿਹੜੇ ਪੁਲਿਸ ਅਫਸਰਾਂ ਨੇ ਇਨਕੁਆਇਰੀ ਕਰਨੀ ਸੀ ਉਹਨਾਂ ਨੇ ਦਬੰਗ ਹੋ ਕੇ ਕਰਨੀ ਸੀ।
ਹੁਣ ਪੈਸਾ 2 ਪੈਸੇ 10 ਪੈਸੇ ਉਹਨਾਂ ਤੇ ਪ੍ਰੈਸ਼ਰ ਹੋਏਗਾ ਵੀ ਪਤਾ ਨਹੀਂ ਬਾਅਦ 'ਚ ਕੀ ਕਰੇ ਕੀ ਨਹੀਂ ਕਰੇ। ਪਰ ਮੈਂ ਸਮਝਦਾ ਵਾਂ ਕਿ ਇੱਕ ਚੀਜ਼ਾਂ ਹੁੰਦੀਆਂ ਨੇ ਜਿਹੜੀ ਇਨਸਾਨ ਬਣਾਉਂਦਾ ਹੈ ਪਰ ਉਹਦਾ ਫੈਸਲਾ ਗੈਬੀ ਤਾਕਤਾਂ ਕਰਦੀਆਂ ਨੇ। ਹੁਣ ਇਹ ਗੈਬੀ ਤਾਕਤ ਇੱਥੇ ਆਪਣਾ ਰੋਲ ਪਲੇ ਕਰੇਗੀ ਔਰ ਇਹਨਾਂ ਨੂੰ ਮੈਂ ਸਮਝਦਾ ਕਿ ਇੰਡੈਕਟ ਹੋਣਗੇ ਭਾਵੇਂ ਜਿਹੜੇ ਮਰਜ਼ੀ ਪੁਲਿਸ ਅਫਸਰ ਵੀ ਜਿਹੜੇ ਹੈਗੇ। ਪਰ ਸੁਮੇਧ ਸੈਣੀ ਤਾਂ ਇਹ ਗੱਲ ਕਹਿੰਦੇ ਨੇ ਨਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਕਿਤੇ ਨਾ ਕਿਤੇ ਉਹਨਾਂ ਦੀ ਸ਼ਹਿ ਤੇ ਇਹ ਸਾਰਾ ਕੁਝ ਹੋ ਰਿਹਾ ਕਿਉਂਕਿ ਉਹਨਾਂ ਨੂੰ ਸਿਟੀ ਸਕੈਮ ਦੇ ਵਿੱਚ ਜਿਹੜੀ ਸੈਣੀ ਦੇ ਨਾਲ ਉਲਝੇ ਹੋਏ ਨੇ। ਦੇਖੋ ਗੱਲ ਹੈਗੀ ਹੂੰ ਜੇ ਕੈਪਟਨ ਅਮਰਿੰਦਰ ਸਿੰਘ ਬਦਲਾ ਨੂੰ ਨੀਤੀ ਨਾਲ ਕੰਮ ਕਰਦਾ ਹੂੰ ਫਿਰ ਤੇ ਉਹਨੂੰ 3.25 ਸਾਲ ਬਾਅਦ ਕਿਉਂ ਕਰਦਾ? ਫਿਰ ਤੇ ਪਹਿਲੇ 3 ਮਹੀਨਿਆਂ 6 ਮਹੀਨਿਆਂ 'ਚ ਫਿਰ ਜਦ ਬਰਗਾੜੀ ਦੀ ਰਿਪੋਰਟ ਜਸਟਿਸ ਰਣਜੀਤ ਸਿੰਘ ਨੇ ਦਿੱਤੀ ਤੈਨੂੰ ਚੁੱਕ ਕੇ ਅੰਦਰ ਕਰ ਦਿੰਦਾ, ਉਹਨੂੰ ਬਾਹਰ ਕਿਉਂ ਘੁੰਮਣ ਦਿੰਦਾ? ਕਹਿੰਦਾ ਜੀ ਇਹ ਅਫਸਰ ਸੀ ਇਹਨੇ ਬੰਦੇ ਮਾਰਨ, ਅਰੈਸਟ ਟਾਈਮ ਕਿਹੜਾ ਰੋਕਦਾ ਜੀ? ਜਾ ਕੇ ਲੈਂਦਾ ਰਹਿੰਦਾ ਸਿਫਾਰਸ਼ਾਂ। ਸੁਮੇਧ ਸੈਣੀ ਨੇ ਇੱਕ ਗੱਲ ਬੜੀ ਪੱਕੀ ਹੈਗੀ, ਮਹਾਰਾਜਾ ਅਮਰਿੰਦਰ ਸਿੰਘ ਨੂੰ ਬਜ਼ਾਤੀ ਤੌਰ ਤੇ ਉਹ ਬਹੁਤ ਦਬੰਗ ਲੀਡਰ ਸਨ, ਉਹ ਸਹਿ ਗਏ। ਨਾਲ ਉਹਨਾਂ ਦਾ ਰੁਤਬਾ ਬਹੁਤ ਵੱਡਾ ਸੀ। ਤੀਸਰਾ ਰੁਤਬੇ ਤੋਂ ਇਲਾਵਾ ਚੀਫ ਮਿਨਿਸਟਰ ਛੋਟੀ ਗੱਲ ਹੈ, ਉਹ ਮਹਾਰਾਜੇ ਸਨ ਪਟਿਆਲੇ ਦੇ, ਵਰਨਾ ਆਮ ਬੰਦੇ ਤੇ ਰਗੜ ਕੇ ਰੱਖ ਦਿੰਦਾ ਬਿਲਕੁਲ। ਜਿਹੜੀ ਮੇਰੇ ਕੋਲ ਇਹ ਵੀ ਖਬਰ ਹੈ ਕਿ ਜਿਹਦੀ ਇੰਟਰੋਗੇਸ਼ਨ ਪਟਿਆਲੇ 'ਚ ਹੋਈ ਸੀ ਇਹ ਦੂਸਰੇ ਪਾਸੇ ਵੀਡੀਓ ਤੇ ਸਾਰੀ ਗੱਲ ਦੇਖ ਰਹੇ ਸਨ। ਉੱਥੇ ਮਹਾਰਾਜੇ ਨੇ ਬਾਦਲ ਨੂੰ ਬਾਦਲ ਕਹਿਤਾ, ਉਹ ਜਿਹੜੇ ਪੁਲਿਸ ਅਫਸਰ ਕਹਿੰਦੇ ਜੀ ਬਾਦਲ ਸਾਹਿਬ ਕੋ ਕਹਿੰਦੇ ਤੁਸੀਂ ਕਹੋ ਮੈਂ ਕਿਉਂ ਕਹਾਂ? ਮੈਂ ਤੁਹਾਨੂੰ ਬੰਦਾ ਹੀ ਨਹੀਂ ਸਮਝਦਾ, ਮੈਂ ਕਿਉਂ ਕਹਾਂ ਬਾਦਲ? ਇਹ ਸੁਖਵੀਰ ਤੇ ਸੈਣੀ ਇਕੱਠੇ ਬੈਠੇ ਹੋਏ ਸਨ, ਇਹਨਾਂ ਇਹ ਦੇਖਣੇ ਬੰਦ ਹੋ ਗਏ। ਇਸਨੇ ਬਹੁਤ ਹੁਣ ਮੈਂ ਨਹੀਂ ਪਤਾ ਹੈਗਾ ਇਹਨਾਂ ਕਈ ਪੋਲੀਟੀਸ਼ੀਅਨ ਨੂੰ ਨਹੀਂ ਛੱਡਿਆ, ਕੁਝ ਨਹੀਂ ਛੱਡਿਆ, ਬੜਾ ਜ਼ਲੀਲ ਕੀਤਾ ਇਹਨਾਂ ਨੇ ਬੜੇ ਭੈੜੇ ਤਰੀਕੇ ਨਾਲ। ਜਿਵੇਂ ਬਸਤਾ ਬੇ ਦੇ ਬਦਮਾਸ਼ ਹੁੰਦੇ ਨੇ ਉਸ ਤੋਂ ਬਦਤਰ ਤਰੀਕੇ ਨਾਲ ਇਹਨਾਂ ਨੇ ਪੋਲੀਟੀਸ਼ੀਅਨ ਨੂੰ ਇਹਨਾਂ ਨੇ ਡੀਲ ਕੀਤਾ ਹੈ। ਉਸ ਨੂੰ ਵੀ ਜਾਣ ਦਿਓ, ਜੇ ਉਹ ਅੱਜ ਉਹਨਾਂ ਦਾ ਰਾਜ ਹੈ ਉਹਨੂੰ ਫੜ ਲੈਂਦੇ ਅੰਦਰ ਕਰ ਲੈਂਦੇ, ਪਰ ਉਹਨਾਂ ਨੇ ਬਦਲਾ ਨੂੰ ਨੀਤੀ ਨਹੀਂ ਲਈ। ਗੱਲ ਤੇ ਹੈਗੀ ਕਿ ਜਿਹੜਾ ਮੁਲਤਾਨੀ ਦਾ ਕੇਸ ਹੈ ਇਟਸ ਜੈਨੂਇਨ ਕਿਲਿੰਗ ਕੀਤੀ ਹੈ ਇਸਨੇ ਔਰ ਉਹਦੇ 'ਚ ਫਸੇਗਾ। ਔਰ ਸੀਬੀਆਈ ਦੀ ਇਨਕੁਆਇਰੀ ਸੀਬੀਆਈ ਨੇ ਆਲਰੇਡੀ ਇੰਡਿਕਟ ਕੀਤਾ ਹੋਇਆ। ਜਿਹੜੀ ਦਿੱਲੀ ਦੇ ਵਿੱਚ ਹੋਮ ਮਿਨਿਸਟਰੀ ਦੀ ਰਿਪੋਰਟ ਹੈਗੀ ਦੀ ਸਾਰਿਆਂ ਦੀ ਰਿਪੋਰਟ ਹੁੰਦੀ ਹੈ, ਉਹਦੇ ਸਟਿਲ ਹੀ ਇਜ਼ ਐਸਐਸਪੀ ਐਂਡ ਹੀ ਹੈਜ਼ ਰਿਟਾਇਰਡ ਐਸਐਸਪੀ। ਉਹਨੂੰ ਤੇ ਨਾ ਡੀਜੀਪੀ ਸਮਝਿਆ ਹੀ ਨਹੀਂ ਕਿਉਂਕਿ ਸੀਬੀਆਈ ਦੀ ਇੰਡਿਕਟਮੈਂਟ ਤੋਂ ਬਾਅਦ ਪੋਸਟ ਮਿਲ ਹੀ ਨਹੀਂ ਸਕਦੀ, ਤਰੱਕੀ ਹੋ ਹੀ ਨਹੀਂ ਸਕਦੀ। ਇਸ ਵਾਸਤੇ ਮੈਂ ਸਮਝਾਂਗਾ ਨਾ ਮੌਜੂਦਾ ਸਰਕਾਰ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰੇ, ਫਿਰ ਇਨਕੁਆਇਰੀ ਔਰ ਉਹਦਾ ਨਾਂ ਕੀ ਹੋਣੀ ਚਾਹੀਦੀ ਇਨਵੈਸਟੀਗੇਸ਼ਨ। ਫਿਰ ਨਾ ਅਸੀਂ ਚਾਹੁੰਦੇ ਹਾਂ ਕੋਈ ਰਿਆਇਤ ਕਰੋ, ਨਾ ਅਸੀਂ ਚਾਹੁੰਦੇ ਹਾਂ ਦੀ ਹਮਾਇਤ ਕਰੋ, ਤਾਂ ਕਿ ਕੋਈ ਵੀ ਇਤਿਹਾਸਕਾਰ ਜਾਂ ਲਿਖਣਗੇ ਕਹਿਣਗੇ ਫਿਰ ਐਕਸ਼ਨ ਲਿਆ ਗਿਆ, ਇਹਦੀ ਇੰਡਿਕਟਮੈਂਟ ਫੇਰ ਹੋਈ ਹੈ, ਇਨਵੈਸਟੀਗੇਸ਼ਨ ਫੇਰ ਹੋਈ ਹੈ। ਸਰਨਾ ਸਾਹਿਬ ਵਕੀਲ ਕਲੇਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਸਤਨਾਮ ਸਿੰਘ ਕਲੇਰ ਜਿਹੜਾ ਪੁੱਤਰ ਹੈ ਉਹਦੇ ਬਾਦਰਾਂ ਦਾ ਵਕੀਲ ਹੈ, ਆਮ ਹਰ ਜਗ੍ਹਾ ਜਾਂਦਾ, ਉਹਨਾਂ ਦਾ ਉਹਨੂੰ ਮੁਕੱਦਮੇ ਥੋੜੇ ਹੋਣੇ ਨੇ। ਜਿਹੜਾ ਵੱਡਾ ਹੈ ਉਸ ਨੂੰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ। ਹੁਣ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਕੋਈ ਛੋਟੀ ਗੱਲ ਨਹੀਂ ਹੈ, ਔਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਉਹ ਖਾਲੀ ਗੁਰਦੁਆਰੇ ਦੇ ਕੇਸਾਂ ਵਿੱਚ ਹੀ ਪੇਸ਼ ਹੋ ਸਕਦਾ ਹੈ। ਜਿਸ ਨੇ ਸਿੱਖਾਂ ਦਾ ਕਤਲ ਦਾ ਦੋਸ਼ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਹੋਵੇ, ਬਰਗਾੜੀ ਦੇ ਵਿੱਚ ਹੋਏ ਕਤਲੋ ਗੈਰਤ ਦਾ ਦੋਸ਼ੀ ਹੋਵੇ, ਆਰਡਰ ਦੇਣ ਵਾਲਾ ਹੋਵੇ, ਉਸ ਬੰਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਜਿਹੜੇ ਵੇ ਉਹ ਪੇਸ਼ ਹੋ ਜਾਵੇ। ਇਸ ਤੋਂ ਘਟੀਆ ਗੱਲ ਹੋ ਸਕਦੀ ਹੈ? ਇਸ ਤੋਂ ਘਟੀਆ ਗੱਲ ਤਾਂ ਨਹੀਂ ਹੋ ਸਕਦੀ। ਇਹ ਸਿੱਖ ਲਾਣ ਦੇ ਕਾਬਿਲ ਹੀ ਨਹੀਂ ਹੈਗੇ। ਇਸ ਵਾਸਤੇ ਐਕਸ਼ਨ ਮਸਟ ਬੀ ਟੇਕਨ। ਹੁਣ ਚਲੋ ਕਲੀਅਰ ਨੇ ਤੇ ਦਬਾਅ ਪਾ ਕੇ ਕਹਤਾ ਜੀ ਮੈਂ ਨਹੀਂ ਪੇਸ਼ ਹੋਵਾਂਗਾ। ਕਮਾਲ ਹੈ। ਹੁਣ ਤੂੰ ਹੋ ਨਾ ਹੋ, ਮੂੰਹ ਤੇ ਕਾਲਕ ਤੇ ਤੇਰੇ ਮੱਲੀ ਗਈ ਹੈ। ਇਹ ਤਾਂ ਕਦੀ ਵੀ ਨਹੀਂ ਆਏਗਾ ਨਾ ਬਈ ਨਹੀਂ ਜੀ ਨਹੀਂ ਹਟ ਗਿਆ, ਬਈ ਆਏਗਾ ਪੇਸ਼ ਹੋਇਆ।
ਬਿਲਕੁਲ। ਪਰ ਸੰਗਤਾਂ ਦੇ ਦਬਾਅ ਥੱਲੇ ਆ ਕੇ ਉਸ ਕਹਿੰਦਾ ਮੈਂ ਨਹੀਂ ਪੇਸ਼ ਹੁੰਦਾ, ਫਿਰ ਵੀ ਪੁੱਤਰ ਭੇਜ ਹੁੰਦਾ ਆ। ਤੁਹਾਨੂੰ ਕੀ ਲੱਗਦਾ ਕਿ ਕਲੇਰ ਨੂੰ ਕਿੰਨੇ ਅੱਗੇ ਕੀਤਾ ਸੀਗਾ ਡੀਜੀਪੀ ਸੈਣੀ ਦੀ ਅਪੀਲ ਪਾਉਣ ਲਈ? ਬਾਦਲਾਂ ਦੇ ਦੇਖੋ, ਜਿਹੜੀ 2007 ਦੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਮਨੀ ਮੂਵਮੈਂਟ ਦੇ ਉੱਤੇ ਬਹੁਤ ਭਾਰੀ ਉਹ ਸੀ, ਕਮਿਸ਼ਨ ਦਾ, ਇਲੈਕਸ਼ਨ ਕਮਿਸ਼ਨ ਦਾ ਬਹੁਤ ਜ਼ਿਆਦਾ ਸਖਤੀ ਸੀ। ਸੁਮੇਧ ਸੈਣੀ ਨੇ ਉਹਦਾ ਹੱਲ ਕੀ ਲੱਭਿਆ? ਇਹ ਮੈਨੂੰ ਦੱਸਦੇ ਸਨ ਲੋਕੀ, ਪੁਲਿਸ ਅਫਸਰ, ਵੀ ਇਹ ਸਾਰੀ ਮੂਵਮੈਂਟ ਹੁਣ ਜਿਹੜੀਆਂ ਐਂਬੂਲੈਂਸ ਹੈਗੀਆਂ ਹਸਪਤਾਲਾਂ ਦੀਆਂ ਉਹਦੇ 'ਚ ਕਰ ਰਿਹਾ, ਕਿਉਂਕਿ ਉਹਨੂੰ ਪੁਲਿਸ ਦੀ ਗੱਡੀ ਵੀ ਨਹੀਂ ਸੀ ਛੋੜਦੇ। ਪਰ ਕਿਉਂਕਿ ਅਫਸਰ ਦਬੰਗ ਹੈ, ਦਿਮਾਗ ਬਹੁਤ ਹੈ, 100 he has 100 means, 100 alternatives, ਉਸਨੇ ਉਹ ਵਰਤੋਂ ਕਰ ਲਈ ਔਰ ਬਾਦਲਾਂ ਨੂੰ ਜਿਤਾਤੀ ਇਲੈਕਸ਼ਨ। ਬਾਦਲ ਤੇ ਹਾਰੇ ਹੋਏ ਸਨ। ਹਾਂਜੀ ਜੀ ਸਰਨਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਇਸ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।